Morning class. Today's topic is the Indian Partnership Act 1932. Now, first of all, the definition of partnership. What is partnership? According to Indian Partnership Act 1932, under section 4, partnership is the relation between two or more persons who have agreed to share the profits of a business carried on by all or any one of them acting for all. ਅਗਰ ਇਸ ਡੈਫੀਨੇਸ਼ਨ ਦੇ ਵਿੱਚ ਦੇਖਿਆ ਜਾਵੇ ਤਾਂ ਤਿੰਨ ਇਹਦੇ ਵਿੱਚੋਂ ਮੇਨ ਪੁਆਇੰਟਸ ਨੇ। ਫਸਟ ਆਫ ਆਲ, ਰਿਲੇਸ਼ਨਸ਼ਿਪ ਬਿਟਵੀਨ ਟੂ ਔਰ ਮੋਰ ਪਰਸਨ। ਸੈਕਿੰਡ ਇਜ਼ ਸ਼ੇਅਰਿੰਗ ਟੂ ਪ੍ਰੋਫਿਟਸ ਐਂਡ ਥਰਡ ਇਜ਼ ਕੈਰੀਡ ਔਨ ਦਾ ਬਿਜ਼ਨਸ। ਇਸ ਬਿਹਾਫ 'ਤੇ ਆਪਾਂ ਡੈਫੀਨੇਸ਼ਨ ਨੂੰ ਡਿਸਕਸ ਕਰਦੇ ਹਾਂ ਐਂਡ ਤੁਹਾਡੇ ਲਈ ਥੋੜ੍ਹਾ ਜਿਹਾ ਈਜ਼ੀ ਹੋ ਜਾਏਗਾ ਸਮਝਣਾ ਇਹਨਾਂ ਪੁਆਇੰਟਸ ਦੇ ਅਕੋਰਡਿੰਗ। ਐਂਡ ਤੁਹਾਨੂੰ ਆਪਣੇ ਪੇਪਰ ਟਾਈਮ ਵੀ ਡੈਫੀਨੇਸ਼ਨ ਯਾਦ ਕਰਨੀ ਇਹਨਾਂ ਪੁਆਇੰਟਸ ਦੇ ਅਕੋਰਡਿੰਗ ਈਜ਼ੀ ਹੋ ਜਾਏਗੀ। ਕੀ ਕਹਿੰਦੇ ਆ, ਜਿਹੜੀ ਪਾਰਟਨਰਸ਼ਿਪ ਦੇ ਵਿੱਚ ਕੀ ਕਿਹਾ ਗਿਆ, ਦੋ ਜਾਂ ਦੋ ਤੋਂ ਜ਼ਿਆਦਾ ਪਰਸਨਸ ਦਾ ਰਿਲੇਸ਼ਨ ਹੁੰਦਾ ਪਾਰਟਨਰਸ਼ਿਪ ਦੇ ਵਿੱਚ, ਫਸਟ ਥਿੰਗ। ਸੈਕਿੰਡ ਕੀ ਹੁੰਦਾ, ਪ੍ਰੋਫਿਟਸ ਨੂੰ ਸ਼ੇਅਰ ਕਰਨਾ। ਆਲ ਪਾਰਟਨਰਸ ਦੇ ਵਿੱਚ ਪ੍ਰੋਫਿਟਸ ਸ਼ੇਅਰ ਕਰਨ ਦਾ ਜਿਹੜਾ ਐਗਰੀਮੈਂਟ ਕੀਤਾ ਜਾਂਦਾ ਹੈ, ਠੀਕ ਹੈ, ਇਹ ਚੀਜ਼ ਵੀ ਪਾਰਟਨਰਸ਼ਿਪ ਦੇ ਵਿੱਚ ਹੁੰਦੀ ਹੈ। ਥਰਡ ਕੀ ਹੈ, ਬਿਜ਼ਨਸ ਨੂੰ ਕੈਰੀ ਔਨ ਕੀਤਾ ਜਾਂਦਾ ਹੈ। ਜੋ ਉਹ ਬਿਜ਼ਨਸ ਨੂੰ ਕੈਰੀ ਔਨ ਕੀਤਾ ਜਾਂਦਾ ਜਾਂ ਤਾਂ ਆਲ ਪਾਰਟਨਰਸ ਦੁਆਰਾ ਕੀਤਾ ਜਾਊਗਾ ਜਾਂ ਕਿਸੇ ਇੱਕ ਪਾਰਟਨਰ ਦੁਆਰਾ ਕੀਤਾ ਜਾਂਦਾ ਹੈ, ਠੀਕ ਹੈ। ਇਹਦੇ ਵਿੱਚ ਕੀ ਕਹਿ ਰਹੀ ਹੈ, ਜਿਹੜੀ ਮਤਲਬ ਪੂਰੀ ਡੈਫੀਨੇਸ਼ਨ ਕੀ ਡਿਸਕ੍ਰਾਈਬ ਕਰ ਰਹੀ ਹੈ ਆਪਾਂ ਨੂੰ, ਇਟ ਮੀਨਸ ਵੈਨ ਟੂ ਆਰ ਮੋਰ ਪਰਸਨਸ, ਜਦੋਂ ਦੋ ਜਾਂ ਦੋ ਤੋਂ ਜ਼ਿਆਦਾ ਪਰਸਨਸ ਮਿਲ ਕੇ ਆਪਸ ਦੇ ਵਿੱਚ ਬਿਜ਼ਨਸ ਨੂੰ ਕੈਰੀ ਕਰ ਰਹੇ ਆ, ਬਿਜ਼ਨਸ ਨੂੰ ਚਲਾ ਰਿਹਾ। ਯਾਦ ਰੱਖਣਾ ਬੱਚੇ, ਉਹ ਬਿਜ਼ਨਸ ਨਾ ਤਾਂ ਕੋਈ NGO ਫਰਮ ਹੋਣੀ ਚਾਹੀਦੀ ਆ, ਨਾ ਉਹ ਬਿਜ਼ਨਸ ਕੋਈ ਚੈਰੀਟੇਬਲ ਪਰਪਸ ਲਈ ਹੋਣਾ ਚਾਹੀਦਾ। ਉਸ ਬਿਜ਼ਨਸ ਦਾ ਮੇਨ ਏਮ ਅਰਨ ਕਰਨਾ, ਪ੍ਰੋਫਿਟ ਨੂੰ ਅਰਨ ਕਰਨਾ ਹੋਣਾ ਚਾਹੀਦਾ, ਠੀਕ ਹੈ। ਉਸ ਬਿਜ਼ਨਸ ਦਾ ਮੇਨ ਏਮ ਕੀ ਹੋਣਾ ਚਾਹੀਦਾ, ਪ੍ਰੋਫਿਟ ਨੂੰ ਅਰਨ ਕਰਨਾ। ਐਂਡ ਉਹ ਬਿਜ਼ਨਸ ਉਹਨਾਂ ਸਾਰੇ ਪਰਸਨਸ ਜਾਂ ਕਿਸੇ ਇੱਕ ਪਰਸਨ ਦੁਆਰਾ ਕੈਰੀ ਔਨ ਕੀਤਾ ਜਾਂਦਾ, ਦੈਟ ਇਜ਼ ਕਾਲਡ ਅ ਪਾਰਟਨਰਸ਼ਿਪ। ਸਮਝ ਆ ਗਈ? ਦੈਨ ਅੱਗੇ ਉਹਨਾਂ ਨੇ ਮਤਲਬ ਜਿਵੇਂ ਮੈਂ ਤੁਹਾਨੂੰ 3 ਪੁਆਇੰਟਸ ਦੱਸੇ ਸੀ, ਉਹਨਾਂ 3 ਪੁਆਇੰਟਸ ਨੂੰ ਹੀ ਅੱਗੇ ਡਿਸਕ੍ਰਾਈਬ ਕੀਤਾ ਹੋਇਆ। ਇਟ ਮਸਟ ਬੀ ਰਿਜ਼ਲਟ ਆਫ ਐਨ ਐਗਰੀਮੈਂਟ ਬਿਟਵੀਨ ਟੂ ਔਰ ਮੋਰ ਪਰਸਨਸ, ਦੋ ਜਾਂ ਦੋ ਤੋਂ ਜ਼ਿਆਦਾ ਪਰਸਨਸ ਦਾ ਐਗਰੀਮੈਂਟ ਹੋਣਾ ਜ਼ਰੂਰੀ ਹੈ ਪਾਰਟਨਰਸ਼ਿਪ ਦੇ ਵਿੱਚ। ਪ੍ਰੋਫਿਟਸ ਨੂੰ ਸ਼ੇਅਰ ਕਰਨ ਦਾ ਐਗਰੀਮੈਂਟ ਹੋਣਾ ਜ਼ਰੂਰੀ ਹੈ ਪਾਰਟਨਰਸ਼ਿਪ ਦੇ ਵਿੱਚ। ਐਂਡ ਜਿਹੜਾ ਬਿਜ਼ਨਸ ਹੈ ਉਹ ਜਾਂ ਸਾਰੇ ਪਰਸਨ ਜਾਂ ਮਤਲਬ ਉਹਨਾਂ ਪਰਸਨਸ ਦੇ ਬਿਹਾਫ 'ਤੇ ਇੱਕ ਪਰਸਨ ਦੁਆਰਾ ਕੈਰੀ ਔਨ ਕੀਤਾ ਜਾਣਾ ਜ਼ਰੂਰੀ ਹੈ। ਇਹ ਅਗਰ ਤਿੰਨੋਂ ਚੀਜ਼ਾਂ ਇਨਵੋਲਵ ਹੋਣਗੀਆਂ, ਇਹ ਤਿੰਨੋਂ ਚੀਜ਼ਾਂ ਦਾ ਅਗਰ ਐਗਰੀਮੈਂਟ ਹੋਊਗਾ, ਦੈਨ ਪਾਰਟਨਰਸ਼ਿਪ ਕਹਿਲਾਊਗੀ, ਠੀਕ ਹੈ। Then elements of partnership. First of all, agreement. ਐਗਰੀਮੈਂਟ ਦੇ ਵਿੱਚ ਕੀ ਹੈ ਰਾਜੇ, ਐਗਰੀਮੈਂਟ ਹੁੰਦਾ ਜਿਹੜਾ ਉਹ ਰਿਟਨ ਜਾਂ ਔਰਲ ਫਾਰਮ ਦੇ ਵਿੱਚ ਹੁੰਦਾ, ਠੀਕ ਹੈ। ਐਂਡ ਜੋ ਐਗਰੀਮੈਂਟ ਆ, ਅਗਰ ਉਹ ਇਨ ਦੀ ਰਿਟਨ ਫਾਰਮ ਹੋਵੇ, ਦੈਨ ਇਟ ਇਜ਼ ਅ ਬੈਟਰ ਦੈਨ ਔਰਲ ਐਗਰੀਮੈਂਟ। ਕਿਉਂ? ਕਿਉਂਕਿ ਜਿਹੜਾ ਰਿਟਨ ਐਗਰੀਮੈਂਟ ਹੋਏਗਾ ਉਹਦੇ ਨਾਲ ਇਨ ਫਿਊਚਰ ਬਿਟਵੀਨ ਦੀ ਪਾਰਟਨਰਸ ਨੋ ਐਨੀ ਡਿਸਪਿਊਟਸ ਆਰ ਕ੍ਰੀਏਟ, ਠੀਕ ਹੈ। ਉਹਨਾਂ ਦੇ ਨਾਲ ਜਿਹੜਾ ਮਤਲਬ ਫਿਊਚਰ ਦੇ ਵਿੱਚ ਪਾਰਟਨਰਸ ਦੇ ਵਿੱਚ ਕੋਈ ਵੀ ਡਿਸਪਿਊਟ ਹੋਣ ਦੇ ਚਾਂਸਿਸ ਨਹੀਂ ਹੋਣਗੇ, ਕਿਉਂਕਿ ਉਹ ਰਿਟਨ ਐਗਰੀਮੈਂਟ ਹੈ। ਰਿਟਨ ਐਗਰੀਮੈਂਟ ਦੇ ਵਿੱਚ ਐਵਰੀਥਿੰਗ ਐਕਸਪਲੇਨਡ, ਠੀਕ ਹੈ। ਅਗਰ ਔਰਲੀ ਐਗਰੀਮੈਂਟ ਕਰ ਰਹੇ ਨੇ ਪਾਰਟਨਰਸ, ਠੀਕ ਹੈ, ਦੈਨ ਉਹਦੇ ਨਾਲ ਇਨ ਫਿਊਚਰ ਪਾਰਟਨਰਸ ਨੂੰ ਪ੍ਰੋਬਲਮ ਕ੍ਰੀਏਟ ਹੋਏਗੀ, ਡਿਸਪਿਊਟਸ ਕ੍ਰੀਏਟ ਹੋਣ ਦੇ ਚਾਂਸਿਸ ਹੋਣਗੇ, ਜਿਹਦੇ ਨਾਲ ਉਹਨਾਂ ਦੀ ਪਾਰਟਨਰਸ਼ਿਪ ਦੇ ਵਿੱਚ ਵੀ ਥੋੜ੍ਹੀ ਅਣਬਣ ਆ ਸਕਦੀ ਹੈ ਨਾ। ਇਸ ਲਈ ਜੋ ਮਤਲਬ ਰਿਟਨ ਐਗਰੀਮੈਂਟ ਆ ਉਹ ਬੈਟਰ ਹੈਗਾ ਔਰਲ ਐਗਰੀਮੈਂਟ ਨਾਲੋਂ। ਐਂਡ ਐਗਰੀਮੈਂਟ ਦੇ ਵਿੱਚ ਕੀ ਹੁੰਦਾ ਰਾਜੇ, ਇਹ 'ਚ ਇੱਕ ਚੀਜ਼ ਹੋਰ ਆਊਗੀ ਵੀ, ਮਤਲਬ ਜਿਹੜੀ ਪਾਰਟਨਰਸ਼ਿਪ ਹੈ ਉਹ ਐਸੋਸੀਏਸ਼ਨ ਹੁੰਦੀ ਹੈ ਦੋ ਜਾਂ ਦੋ ਤੋਂ ਜ਼ਿਆਦਾ ਪਰਸਨਸ ਦੀ, ਠੀਕ ਹੈ। ਇਹਦੇ ਵਿੱਚ ਕੀ ਹੈ, ਜਿਹੜੇ ਮਤਲਬ ਉਹੀ ਪਰਸਨਸ ਇਹਦੇ ਵਿੱਚ ਮਤਲਬ ਪਾਰਟਨਰਸ਼ਿਪ ਦੇ ਵਿੱਚ ਇਨਵੋਲਵ ਹੋ ਸਕਦੇ ਨੇ ਜੋ ਪਰਸਨਸ ਇੱਕ ਲਾਅ ਦੇ ਦੁਆਰਾ ਰੀਕੋਗਨਾਈਜ਼ਡ ਕੀਤੇ ਜਾਂਦੇ ਆ, ਠੀਕ ਹੈ। ਇਹਦੇ ਵਿੱਚ ਓਨਲੀ ਲਾਅ ਦੁਆਰਾ ਰੀਕੋਗਨਾਈਜ਼ ਪਰਸਨਸ ਹੀ ਐਗਰੀਮੈਂਟ 'ਚ ਐਂਟਰ ਕਰ ਸਕਦੇ ਆ। ਰੀਕੋਗਨਾਈਜ਼ ਪਰਸਨ ਮੀਨਸ ਜੋ ਫਰਮ ਹੈ
ਉਹਦੀ ਕੋਈ ਆਪਣੀ ਲੀਗਲ ਐਂਟੀਟੀ ਨਹੀਂ ਹੁੰਦੀ, ਠੀਕ ਹੈ। ਜਿਵੇਂ ਪਰਸਨਸ ਦੀ ਤਾਂ ਲੀਗਲ ਐਂਟੀਟੀ ਹੁੰਦੀ ਆ, ਜਿਹੜੀ ਫਰਮ ਹੈ ਉਹਦੀ ਲੀਗਲ ਐਂਟੀਟੀ ਨਹੀਂ ਹੁੰਦੀ, ਐਂਡ ਉਹ ਇੱਕ ਸੈਪਰੇਟ ਪਰਸਨ ਵੀ ਨਹੀਂ ਹੁੰਦਾ। ਜਿਵੇਂ ਆਪਾਂ ਕੰਪਨੀ ਦੇ ਵਿੱਚ, ਕੰਪਨੀ ਦੇ ਕੇਸ 'ਚ ਪੜ੍ਹਦੇ ਹਾਂ, ਜਿਹੜੀ ਕੰਪਨੀ ਹੁੰਦੀ ਆ ਉਹਦੀ ਲੀਗਲ ਐਂਟੀਟੀ ਹੁੰਦੀ ਆ, ਉਹ ਇੱਕ ਸੈਪਰੇਟ ਪਰਸਨ ਹੁੰਦਾ, ਬਟ ਜਿਹੜੀ ਇੱਕ ਫਰਮ ਹੁੰਦੀ ਇੱਕ ਸੈਪਰੇਟ ਪਰਸਨ ਨਹੀਂ ਹੁੰਦੀ। ਇਸ ਕਰਕੇ ਜਿਹੜੀ ਫਰਮ ਹੈਗੀ ਉਹ ਲਾਅ ਵੱਲੋਂ ਰਿਕੋਗਨਾਈਜ਼ਡ ਪਰਸਨ ਨਹੀਂ ਆ। ਇਸ ਲਈ ਇਹਦੇ 'ਚ ਸਿਰਫ ਪਰਸਨਸ ਇਨ ਦਾ ਸੈਂਸ ਮਤਲਬ ਵੀ ਜੋ ਮਤਲਬ ਆਪਾਂ ਕਹਿ ਸਕਦੇ ਨਾ, ਮਤਲਬ ਦੋ ਜਾਂ ਦੋ ਤੋਂ ਜ਼ਿਆਦਾ ਪਰਸਨਸ ਹੀ ਐਗਰੀਮੈਂਟ ਮਤਲਬ ਵੀ ਐਂਟਰ ਹੋਣਗੇ। ਪਰਸਨ ਇਨ ਦਾ ਸੈਂਸ ਜਿਵੇਂ ਆਪਾਂ ਲੋਕ ਆ, ਐਵੇਂ ਹੀ ਇਹਦੇ ਵਿੱਚ ਐਗਰੀਮੈਂਟ ਦੇ ਵਿੱਚ ਪਰਸਨ ਇਨਵੋਲਵ ਹੋਣਗੇ। ਐਂਡ ਇਹ 'ਚ ਇੱਕ ਚੀਜ਼ ਹੋਰ ਧਿਆਨ ਰੱਖਣਾ ਰਾਜੇ, ਮਾਈਨਰ ਜਿਹੜੇ ਮਤਲਬ ਹੁੰਦੇ ਨੇ ਨਾ, ਮਾਈਨਰਸ ਹੁੰਦੇ ਨੇ, ਉਹ ਸਾਰੇ ਦੇ ਸਾਰੇ ਪਾਰਟਨਰ ਨੂੰ ਮਿਲ ਕੇ ਮਤਲਬ ਇੱਕ ਪਾਰਟਨਰਸ਼ਿਪ ਨਹੀਂ ਬਣ ਸਕਦੀ, ਮਾਈਨਰ ਐਗਰੀਮੈਂਟ ਵਿੱਚ ਐਂਟਰ ਨਹੀਂ ਕਰ ਸਕਦਾ, ਠੀਕ ਹੈ। ਅਗਰ ਇੱਕ ਉਹ ਪਰਸਨ, ਠੀਕ ਹੈ, ਪਾਰਟਨਰ ਅਗਰ ਮਤਲਬ ਵੀ ਅਗਰ ਕਿਸੇ ਮਾਈਨਰ ਨੂੰ ਉਹਦੇ ਪਾਰਟਨਰਸ਼ਿਪ ਦੇ ਵਿੱਚ ਲੈਣਾ ਹੈਗਾ, ਦੈਨ ਜਿਹੜੇ ਬਾਕੀ ਜਿਹੜੇ ਸਾਰੇ ਪਾਰਟਨਰਸ ਹੋਣਗੇ ਉਹ ਕੋਈ ਰੀਜ਼ਨ ਦਿੰਦੇ ਹੋਏ ਸਾਈਨ ਕਰਨਗੇ। ਮਤਲਬ ਮਾਈਨਰ ਦੇ ਬਿਹਾਫ 'ਤੇ ਕੋਈ ਮਤਲਬ ਬੈਨੀਫਿਟ ਲੈਣ ਲਈ ਕਹਿ ਸਕਦੇ ਹਾਂ, ਮਤਲਬ ਜਿਹੜੇ ਪਾਰਟਨਰਸ ਨੇਗੇ ਉਹ ਸਾਈਨ ਕਰਨਗੇ। ਅਗਰ ਕਿਸੇ ਰੀਜ਼ਨ ਕਰਕੇ, ਧਿਆਨ ਨਾਲ ਸੁਣੋ ਰਾਜੇ, ਅਗਰ ਕਿਸੇ ਰੀਜ਼ਨ ਕਰਕੇ ਬਾਕੀ ਪਾਰਟਨਰਸ ਸਾਈਨ ਕਰ ਦੇਣ ਕਿ ਪਾਰਟਨਰਸ਼ਿਪ ਦੇ ਕਿਸੇ ਬੈਨੀਫਿਟ ਲਈ ਮਾਈਨਰ ਨੂੰ ਪਾਰਟਨਰਸ਼ਿਪ 'ਚ ਉਹ ਇਨਵੋਲਵ ਕਰਨਾ ਚਾਹੁੰਦੇ ਨੇ, ਤਾਂ ਹੀ ਮਾਈਨਰ ਇਨਵੋਲਵ ਹੋ ਸਕਦਾ ਉਹਨਾਂ ਦੀ ਪਾਰਟਨਰਸ਼ਿਪ ਦੇ ਵਿੱਚ। ਬਟ ਜੋ ਮਾਈਨਰ ਹੈ ਉਹ ਓਨਲੀ ਪ੍ਰੋਫਿਟਸ ਦੇ ਹੀ ਸ਼ੇਅਰ ਲੈ ਸਕਦਾ ਹੈ, ਉਹ ਲੋਸਿਸ ਦੇ ਸ਼ੇਅਰ 'ਚ ਕਦੇ ਵੀ ਇਨਵੋਲਵ ਨਹੀਂ ਹੋਏਗਾ ਉਹ। ਐਂਡ ਮਿਨੀਮਮ ਪਰਸਨਸ ਨੇ ਜੋ ਪਾਰਟਨਰਸ਼ਿਪ ਦੇ ਵਿੱਚ, ਦੈਟ ਇਜ਼ 2 ਐਂਡ ਮੈਕਸੀਮਮ ਪਰਸਨਸ 50। ਪਹਿਲਾਂ 50 ਸੀ, ਬਟ ਐਟ ਦਾ ਟਾਈਮ ਰੀਸੈਂਟਲੀ ਟਾਈਮ 100 ਹੋ ਗਏ ਨੇ। ਐਂਡ ਅਗਰ ਉਹ ਬੈਂਕਿੰਗ ਦਾ ਬਿਜ਼ਨਸ ਕਰਨਾ ਚਾਹੁੰਦੇ ਆ, ਦੈਨ 10 ਪਾਰਟਨਰਸ ਹੋਣਗੇ। ਅਗਰ ਉਹ ਕੋਈ ਅਦਰ ਬਿਜ਼ਨਸ ਕਰਨਾ ਚਾਹੁੰਦੇ ਦੈਨ 20 ਪਾਰਟਨਰਸ ਇਨਵੋਲਵ ਹੋਣਗੇ। ਅਗਰ 10 ਜਾਂ 20 ਪਾਰਟਨਰਸ ਤੋਂ ਜ਼ਿਆਦਾ ਪਾਰਟਨਰਸ ਇਨਵੋਲਵ ਨੇ, ਦੈਨ ਦੈਟ ਇਜ਼ ਕਾਲਡ ਅ ਇਲੀਗਲ ਪਾਰਟਨਰਸ਼ਿਪ, ਦੈਟ ਇਜ਼ ਅ ਇਲੀਗਲ ਬਿਜ਼ਨਸ, ਠੀਕ ਹੈ। ਸੈਕਿੰਡ ਪੁਆਇੰਟ ਕੀ ਹੈ ਰਾਜੇ, ਸ਼ੇਅਰਿੰਗ ਪ੍ਰੋਫਿਟਸ ਆਫ ਦਾ ਬਿਜ਼ਨਸ ਕਿਸੇ ਵੀ ਟਾਈਪ ਦਾ ਐਗਜ਼ਿਸਟ ਹੋ ਸਕਦਾ, ਕੋਈ ਟ੍ਰੇਡ ਹੋ ਸਕਦਾ, ਕੋਈ ਆਕੂਪੇਸ਼ਨ ਹੋ ਸਕਦਾ, ਕੋਈ ਪ੍ਰੋਫੈਸ਼ਨ ਹੋ ਸਕਦਾ ਹੈ। ਬਟ ਬਿਜ਼ਨਸ ਦਾ ਜੋ ਮੇਨ ਮੋਟਿਵ ਹੈ ਰਾਜੇ, ਉਹ ਪ੍ਰੋਫਿਟਸ ਨੂੰ ਅਰਨ ਕਰਨਾ ਹੀ ਹੈ। The main motive of the business is the acquisition of gains। ਜਿੱਥੇ ਇਹ ਵਾਲਾ ਮੋਟਿਵ ਨਹੀਂ ਹੈਗਾ, ਬਿਜ਼ਨਸ ਦੇ ਵਿੱਚ ਪ੍ਰੋਫਿਟਸ ਅਰਨ ਕਰਨਾ ਮੋਟਿਵ ਨਹੀਂ ਹੈਗਾ, ਦੈਟ ਇਜ਼ ਨਾਟ ਅ ਬਿਜ਼ਨਸ, ਦੈਟ ਇਜ਼ ਨਾਟ ਅ ਪਾਰਟਨਰਸ਼ਿਪ, ਠੀਕ ਹੈ। ਪਾਰਟਨਰਸ਼ਿਪ ਨਹੀਂ ਹੋਏਗੀ ਅਗਰ ਉਹਨਾਂ ਦਾ ਬਿਜ਼ਨਸ ਨੂੰ ਕੈਰੀ ਕਰਨ ਦਾ ਜਿਹੜੀ ਇੰਟੈਂਸ਼ਨ ਆ ਉਹਦੇ ਵਿੱਚ ਪ੍ਰੋਫਿਟਸ ਸ਼ੇਅਰ ਕਰਨਾ ਨਹੀਂ ਹੈਗਾ। ਸੈਕਿੰਡ ਕੀ, ਜਿਹੜਾ ਐਗਰੀਮੈਂਟ ਹੈ ਰਾਜੇ, ਉਹ ਪ੍ਰੋਫਿਟਸ ਮਤਲਬ ਪ੍ਰੋਫਿਟਸ ਨੂੰ ਸ਼ੇਅਰ ਕਰਨ ਦਾ ਹੀ ਐਗਰੀਮੈਂਟ ਹੁੰਦਾ। ਉਹਦੇ ਵਿੱਚ ਜਿਹੜੇ ਲੋਸਿਸ ਨੂੰ ਸ਼ੇਅਰ ਕਰਨ ਦਾ ਕੋਈ ਵੀ ਇੰਪੋਰਟੈਂਟ ਐਲੀਮੈਂਟ ਇਹਦੇ ਵਿੱਚ ਨਹੀਂ ਹੁੰਦਾ, ਠੀਕ ਹੈ। ਥਰਡ ਪੁਆਇੰਟ ਕੀ ਹੈ ਰਾਜੇ, ਬਿਜ਼ਨਸ ਕੈਰੀਡ ਔਨ ਬਾਈ ਆਲ ਔਰ ਐਨੀ ਆਫ ਦੈਮ ਐਕਟਿੰਗ ਫॉर ਆਲ। ਬਿਜ਼ਨਸ ਨੂੰ ਕੈਰੀ ਕਰਨਾ ਜਾਂ ਇੱਕ ਦੁਆਰਾ ਕੀਤਾ ਜਾਊ ਜਾਂ ਸਾਰਿਆਂ ਦੁਆਰਾ ਕੀਤਾ ਜਾਊਗਾ, ਠੀਕ ਹੈ। ਕੀ ਹੁੰਦਾ, ਇੱਕ ਪਰਟੀਕੂਲਰ ਪਾਰਟਨਰ ਦੇ ਬਿਹਾਫ 'ਤੇ ਸਾਰੇ ਡਿਸੀਜ਼ਨਸ ਲਏ ਜਾਂਦੇ ਨੇ, ਸਾਰਾ ਬਿਜ਼ਨਸ ਕੰਟਰੋਲ ਕੀਤਾ ਜਾਂਦਾ ਹੈ, ਜਾਂ ਇੱਕ ਪਰਟੀਕੂਲਰ ਜਿਹੜਾ ਪਰਸਨ ਮਤਲਬ ਡਿਸੀਜ਼ਨ ਲੈ ਰਿਹਾ, ਕੰਟਰੋਲ ਕਰ ਰਿਹਾ, ਉਹੀ ਰਿਸਕ ਬੀਅਰ ਕਰ ਰਿਹਾ, ਠੀਕ ਹੈ। ਉਹ ਜ਼ਿਆਦਾ ਪ੍ਰੋਫਿਟਸ ਮਤਲਬ ਹੋਣਗੇ ਜਾਂ ਲੋਸ ਬੀਅਰ ਕਰਨਾ ਪਊਗਾ, ਠੀਕ ਹੈ, ਉਹਦੇ ਬਿਹਾਫ 'ਤੇ। ਮੈਂ ਜਿਹੜੇ ਬਾਕੀ ਸਾਰੇ ਪਾਰਟਨਰਸ ਹੁੰਦੇ ਨੇ ਨਾ, ਉਹ ਇੱਕ ਜਣੇ 'ਤੇ ਟਰਸਟ ਕਰਕੇ ਉਹਨੂੰ ਕਹਿ ਦਿੰਦੇ ਨੇ ਕਿ ਵੀ ਠੀਕ ਹੈ ਤੂੰ ਬਿਜ਼ਨਸ ਨੂੰ ਮਤਲਬ ਚਲਾ ਲਾ, ਠੀਕ ਹੈ, ਵੀ ਅਸੀਂ ਸਿਰਫ ਮਤਲਬ ਵੀ ਪ੍ਰੋਫਿਟ ਜਾਂ ਲੋਸ ਦੇ ਵਿੱਚ ਅਸੀਂ ਉਹ ਕਰ ਲਿਆ ਕਰਾਂਗੇ। ਅਗਰ ਪ੍ਰੋਫਿਟ ਹੋਊਗਾ ਬਿਜ਼ਨਸ ਨੂੰ ਦੈਨ ਆਪਾਂ ਤਾਂ ਵੀ ਸ਼ੇਅਰ ਕਰਾਂਗੇ, ਅਗਰ ਲੋਸ ਹੁੰਦਾ ਹੈਗਾ ਬਿਜ਼ਨਸ ਨੂੰ ਤਾਂ ਵੀ ਆਪਾਂ ਸਾਰੇ ਇਕੱਠੇ ਹੋ ਕੇ ਬੀਅਰ ਕਰਾਂਗੇ, ਠੀਕ ਹੈ। ਇਸ ਬਿਹਾਫ 'ਤੇ ਇੱਕ ਪਰਸਨ ਨੂੰ ਪ੍ਰਿੰਸੀਪਲ ਬਣਾ ਕੇ ਬਾਕੀ ਸਾਰੇ ਉਹਦੇ ਏਜੰਟ ਦੇ ਤੌਰ 'ਤੇ ਮਤਲਬ ਉਹ ਕੰਮ ਕਰਦੇ ਆ। ਐਂਡ ਇਹਦੇ ਵਿੱਚ ਇੱਕ ਪੁਆਇੰਟ ਇਨਕਲੂਡ ਹੁੰਦਾ ਰਾਜੇ, ਮਿਊਚੁਅਲ ਏਜੰਸੀ, ਜਿਹਨੂੰ ਆਪਾਂ ਟਰੂ ਟੈਸਟ ਆਫ ਪਾਰਟਨਰਸ਼ਿਪ ਦੇ ਵਿੱਚ ਪੜ੍ਹਾਂਗੇ, ਠੀਕ ਹੈ। ਐਂਡ
ਇਹਦੇ ਵਿੱਚ ਰਾਜੇ ਇੰਨਾ ਹੀ ਸੀਗਾ। ਮਤਲਬ ਤੁਹਾਡੀ ਬੁੱਕ ਦੇ ਵਿੱਚ ਤਾਂ ਰਾਜੇ 5 ਪੁਆਇੰਟ ਦਿੱਤੇ ਹੋਏ ਨੇਗੇ, ਠੀਕ ਹੈ, ਜਿਵੇਂ ਐਸੋਸੀਏਸ਼ਨ ਆਫ 2 ਔਰ ਮੋਰ ਪਰਸਨਸ, ਐਗਰੀਮੈਂਟ, ਬਿਜ਼ਨਸ, ਐਗਰੀਮੈਂਟ ਟੂ ਸ਼ੇਅਰ ਪ੍ਰੋਫਿਟਸ, ਬਿਜ਼ਨਸ ਕੈਰੀਡ ਔਨ ਬਾਈ ਆਲ ਔਰ ਐਨੀ ਆਫ ਦਮ, ਠੀਕ ਹੈ। ਬਟ ਜਿਹੜਾ ਐਸੋਸੀਏਸ਼ਨ ਆਫ 2 ਔਰ ਮੋਰ ਪਰਸਨ ਸੀ ਉਹਨੂੰ ਮੈਂ ਐਗਰੀਮੈਂਟ ਵਾਲੇ ਪੁਆਇੰਟ ਦੇ ਵਿੱਚ ਹੀ ਤੁਹਾਨੂੰ ਡਿਸਕ੍ਰਾਈਬ ਕਰਤਾ ਸੀਗਾ, ਜਿਹੜਾ ਫਸਟ ਪੁਆਇੰਟ ਹੈ ਇਹਦੇ ਵਿੱਚ ਡਿਸਕ੍ਰਾਈਬ ਕਰਤਾ ਸੀਗਾ। ਐਂਡ ਜੋ ਬਿਜ਼ਨਸ ਹੈ ਉਹਨੂੰ ਆਪਾਂ ਥਰਡ ਪੁਆਇੰਟ ਦੇ ਵਿੱਚ ਹੀ ਡਿਸਕ੍ਰਾਈਬ ਕਰਤਾ, ਓਨਲੀ ਜਿਹੜਾ ਬਿਜ਼ਨਸ ਪੁਆਇੰਟ ਹੈ, ਐਂਡ ਉਹਨੂੰ ਥਰਡ ਪੁਆਇੰਟ ਦੇ ਵਿੱਚ ਡਿਸਕ੍ਰਾਈਬ ਕਰਕੇ ਐਂਡ ਬਾਕੀ ਜਿਹੜਾ ਬਿਜ਼ਨਸ ਦਾ ਪੁਆਇੰਟ ਹੈ ਉਹਨੂੰ ਦੱਸਤਾ। ਐਂਡ ਜਿਹੜੀ ਇਹਦੇ ਵਿੱਚ ਮਤਲਬ ਐਕਸਪਲੇਨੇਸ਼ਨ ਦਿੱਤੀ ਹੈ ਰਾਜੇ ਉਹਨਾਂ ਨੇ ਦਿੱਤੀ ਹੈ, ਈਚ ਪਾਰਟਨਰ ਕੈਰੀ ਔਨ ਬਿਜ਼ਨਸ ਐਜ਼ ਅ ਪ੍ਰਿੰਸੀਪਲ ਐਜ਼ ਵੈਲ ਐਜ਼ ਅ ਏਜੰਟ ਔਨ ਬਿਹਾਫ ਆਫ ਦ ਅਦਰ ਪਾਰਟਨਰ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇੱਕ ਮਤਲਬ ਜਿਹੜਾ ਪਰਸਨ ਉਹ ਪ੍ਰਿੰਸੀਪਲ ਦੇ ਮਤਲਬ ਪ੍ਰਿੰਸੀਪਲ ਐਜ਼ ਵੈਲ ਐਜ਼ ਏਜੰਟ ਮਤਲਬ ਕੰਮ ਕਰਦੇ ਨੇ, ਠੀਕ ਹੈ। ਅਦਰ ਪਾਰਟਨਰਸ ਦੇ ਬਿਹਾਫ 'ਤੇ ਮਤਲਬ ਪ੍ਰਿੰਸੀਪਲ ਦੇ ਤੌਰ 'ਤੇ ਜਿਹੜਾ ਮਤਲਬ ਵੀ ਇੱਕ ਮਤਲਬ ਜਿਹੜਾ ਪਾਰਟਨਰ ਹੁੰਦਾ ਉਹ ਕੰਮ ਕਰਦਾ, ਠੀਕ ਹੈ। ਐਂਡ ਇਹ ਪ੍ਰਿੰਸੀਪਲ ਆਫ ਕਾਰਡੀਨਲ ਪ੍ਰਿੰਸੀਪਲ ਆਫ ਪਾਰਟਨਰਸ਼ਿਪ ਲਾਅ ਵੀ ਹੈ ਇਹ। ਐਂਡ ਥਰਡ ਕੀ ਇਹਦੇ ਵਿੱਚ ਟਰੂ ਟੈਸਟ ਆਫ ਪਾਰਟਨਰਸ਼ਿਪ। ਟਰੂ ਟੈਸਟ ਆਫ ਪਾਰਟਨਰਸ਼ਿਪ ਦੇ ਵਿੱਚ ਕਰਵਾਉਣੀ ਮੈਂ ਤੁਹਾਨੂੰ। ਇਹਦੇ ਵਿੱਚ ਰਾਜੇ ਤੁਹਾਨੂੰ 3 ਪੁਆਇੰਟਸ ਨੂੰ ਲੈ ਕੇ ਚੱਲਣਾ ਹੋਊਗਾ, ਅਗਰ ਆਪਾਂ ਮਤਲਬ 3 ਐਲੀਮੈਂਟਸ ਨੂੰ ਧਿਆਨ 'ਚ ਰੱਖਦੇ ਹੋਏ ਟਰੂ ਟੈਸਟ ਆਫ ਪਾਰਟਨਰਸ਼ਿਪ ਕੀਤੀ ਜਾਂਦੀ ਹੈ। ਫਸਟ ਪੁਆਇੰਟ ਕੀ ਹੈ ਰਾਜੇ, ਦੇਅਰ ਵਾਜ਼ ਐਨ ਐਗਰੀਮੈਂਟ ਬਿਟਵੀਨ ਆਲ ਦਾ ਪਰਸਨਸ ਕੰਸਰਨਡ। ਉਹੀ ਗੱਲ ਆ ਗਈ ਪਾਰਟਨਰਸ ਦੇ ਵਿਚਕਾਰ ਐਗਰੀਮੈਂਟ, ਪਹਿਲਾ ਪੁਆਇੰਟ ਐਗਰੀਮੈਂਟ ਬਿਟਵੀਨ ਦੀ ਪਾਰਟਨਰਸ। ਐਂਡ ਸੈਕਿੰਡ ਕੀ ਹੈ, ਸ਼ੇਅਰਿੰਗ ਆਫ ਪ੍ਰੋਫਿਟਸ। ਥਰਡ ਪੁਆਇੰਟ ਇਜ਼ ਮਿਊਚੁਅਲ ਏਜੰਸੀ। ਸੋਰੀ ਮੈਂ ਇਹ ਵਾਲੀ ਮਤਲਬ PPT ਦੇ ਵਿੱਚ ਨਹੀਂ ਉਹ ਪੁਆਇੰਟਸ ਨੂੰ ਮਤਲਬ ਡਿਸਕ੍ਰਾਈਬ ਕੀਤਾ, ਅਲੱਗ-ਅਲੱਗ ਤੋਂ ਇੱਕ ਪੈਰਾ ਬਣਾ ਕੇ ਹੀ ਦੱਸ ਰਹੀ ਹਾਂ ਮੈਂ। ਮਤਲਬ ਪਹਿਲਾ ਪੁਆਇੰਟ ਕੀ ਹੈ, ਐਗਰੀਮੈਂਟ ਬਿਟਵੀਨ ਪਾਰਟਨਰਸ। ਇਹਦੇ ਵਿੱਚ ਕੀ ਹੁੰਦਾ ਰਾਜੇ ਵੀ ਜਿਹੜੀ ਪਾਰਟਨਰਸ਼ਿਪ ਹੈ ਉਹ ਇੱਕ ਐਗਰੀਮੈਂਟ ਦੁਆਰਾ ਕ੍ਰੀਏਟ ਹੁੰਦੀ ਹੈ, ਨਾ ਕਿ ਕਿਸੇ ਸਟੇਟਸ ਦੁਆਰਾ, ਠੀਕ ਹੈ। ਪਾਰਟਨਰਸ਼ਿਪ ਦੇ ਵਿੱਚ ਐਗਰੀਮੈਂਟ ਹੋਣਾ ਬਹੁਤ ਜ਼ਰੂਰੀ ਹੈ ਕਿ ਇਹ ਸਟੇਟਸ ਦੁਆਰਾ ਆਪਾਂ ਪਾਰਟਨਰਸ਼ਿਪ ਨਹੀਂ ਕਰਦੇ। ਜਿਵੇਂ ਹੁੰਦੀਆਂ ਨੇ HUF ਹੁੰਦੀਆਂ ਨੇਗੀਆਂ, ਉਹਦੇ ਵਿੱਚ ਉਹ ਫੈਮਿਲੀ ਬਿਜ਼ਨਸ ਹੁੰਦੇ ਨੇ। ਜਿਵੇਂ ਉਹ ਫੈਮਿਲੀ ਬਿਜ਼ਨਸ ਦੇ ਵਿੱਚ ਕੋਈ ਵੀ ਐਗਰੀਮੈਂਟ ਨਹੀਂ ਹੁੰਦਾ, ਉਹ ਸਿਰਫ ਆਪਦੇ ਸਟੇਟਸ ਦੁਆਰਾ ਹੀ ਆਪਣੇ ਬਿਜ਼ਨਸ ਨੂੰ ਕੈਰੀ ਔਨ ਕਰਦੇ ਨੇ, ਠੀਕ ਹੈ। ਸੈਕਿੰਡ ਪੁਆਇੰਟ ਕੀ ਹੈ ਰਾਜੇ, ਸ਼ੇਅਰਿੰਗ ਆਫ ਪ੍ਰੋਫਿਟ। ਸ਼ੇਅਰਿੰਗ ਆਫ ਪ੍ਰੋਫਿਟਸ ਕੀ ਹੁੰਦਾ ਹੈਗਾ ਵੀ ਮਤਲਬ ਹਰ ਇੱਕ ਮਤਲਬ ਜੋ ਆਪਣੇ ਪਾਰਟਨਰਸ ਨੇਗੇ, ਮੰਨ ਲਓ ਜਿਵੇਂ 3 ਪਾਰਟਨਰ ਹੈ, 4 ਪਾਰਟਨਰ ਹੈ ਜਾਂ ਜ਼ਿਆਦਾ ਪਾਰਟਨਰਸ ਨੇ, ਹੈ ਨਾ, ਤਾਂ ਉਹਨਾਂ ਦਾ ਹਰੇਕ ਪਾਰਟਨਰ ਦਾ ਰਾਈਟ ਹੈਗਾ ਵੀ ਉਹ ਪ੍ਰੋਫਿਟਸ ਦੇ ਵਿੱਚ ਪਾਰਟੀਸਪੇਟ ਕਰਨ, ਠੀਕ ਹੈ। The receipt by a person of the share of the profits of a business does not by itself make him a partner with the person carrying on the business। ਵੀ ਜਿਵੇਂ ਮਤਲਬ ਇੱਕ ਬਿਜ਼ਨਸ ਦੇ ਵਿੱਚ ਪ੍ਰੋਫਿਟਸ ਨੂੰ ਸ਼ੇਅਰ ਕੀਤਾ ਜਾਂਦਾ ਪਰਸਨ ਦੁਆਰਾ, ਠੀਕ ਹੈ। ਉਹ ਜੋ ਮਤਲਬ ਰਾਜੇ ਕੀ ਹੁੰਦਾ ਵੀ ਅਗਰ ਕੋਈ ਮੰਨ ਲਓ ਆਪਣੀ ਪ੍ਰੋਪਰਟੀ ਹੈਗੀ, ਉੱਥੋਂ ਕੋਈ ਪ੍ਰੋਫਿਟ ਵਗੈਰਾ ਆ ਰਿਹਾ ਹੈ ਨਾ, ਮਤਲਬ ਉਹ ਤਾਂ ਹੁਣ ਜਿਵੇਂ ਕਿਸੇ ਪ੍ਰੋਪਰਟੀ ਤੋਂ ਪ੍ਰੋਫਿਟ ਆ ਰਿਹਾ, ਉਹ ਕੋਈ ਪਾਰਟਨਰਸ਼ਿਪ ਨਹੀਂ ਹੁੰਦੀ, ਠੀਕ ਹੈ। ਉਹ ਕੀ ਹੁੰਦੀ ਇੱਕ ਮਤਲਬ ਉਹ ਓਨਰਸ ਦੀ ਕੋਈ ਪ੍ਰੋਪਰਟੀ ਆ, ਉੱਥੋਂ ਓਨਰਸ ਪ੍ਰੋਫਿਟ ਅਰਨ ਕਰ ਰਹੇ ਨੇਗੇ, ਉਹ ਦੈਟ ਇਜ਼ ਨੋਟ ਅ ਪਾਰਟਨਰਸ਼ਿਪ, ਠੀਕ ਹੈ। ਸੋ ਇਹਦੇ ਵਿੱਚ ਸ਼ੇਅਰਿੰਗ ਆਫ ਪ੍ਰੋਫਿਟਸ ਦੇ ਵਿੱਚ ਤੁਸੀਂ ਬਸ ਇਹੀ ਧਿਆਨ ਰੱਖਣਾ ਵੀ ਜਿਹੜੇ ਪਾਰਟਨਰਸ ਨੇਗੇ ਉਹ ਐਗਰੀਮੈਂਟ ਕਰਦੇ ਨੇ ਪ੍ਰੋਫਿਟਸ ਨੂੰ ਸ਼ੇਅਰ ਕਰਨ ਦਾ, ਠੀਕ। ਐਂਡ ਬੇਟੇ ਥਰਡ ਪੁਆਇੰਟ ਕੀ ਹੈ, ਮਿਊਚੁਅਲ ਏਜੰਸੀ, ਜੋ ਮੈਂ ਟਰੂ ਟੈਸਟ ਆਫ ਪਾਰਟਨਰਸ਼ਿਪ ਦੇ ਵਿੱਚ ਐਕਸਪਲੇਨ ਕੀਤਾ ਹੋਇਆ। ਐਂਡ ਬੇਟਾ ਜੋ ਮੈਂ ਐਗਰੀਮੈਂਟ ਬਿਟਵੀਨ ਪਾਰਟਨਰਸ ਐਂਡ ਸ਼ੇਅਰਿੰਗ ਆਫ ਪ੍ਰੋਫਿਟਸ ਮੈਂ ਤੁਹਾਨੂੰ ਪੁਆਇੰਟ ਸਮਝਾਇਆ, ਉਹ ਮੈਂ ਇਸ PPT ਦੇ ਵਿੱਚ ਨਹੀਂ ਪਾਏ, ਉਹ ਤੁਹਾਡੀ ਬੁੱਕ ਦੇ ਵਿੱਚ ਤੁਸੀਂ ਉੱਥੋਂ ਰੀਡ ਕਰ ਲੈਣਾ। ਅਗਰ ਤੁਹਾਨੂੰ ਨਹੀਂ ਸਮਝ ਆਊਗਾ ਤੁਸੀਂ ਮੇਰੇ ਤੋਂ ਦੁਬਾਰਾ ਪੁੱਛ ਸਕਦੇ ਹੋ। ਦੈਨ ਟਰੂ ਟੈਸਟ ਆਫ ਪਾਰਟਨਰਸ਼ਿਪ, ਇਹਦੇ ਵਿੱਚ ਜਿਹੜਾ ਪੁਆਇੰਟ ਐਕਸਪਲੇਨ ਕੀਤਾ ਹੋਇਆ ਦੈਟ ਇਜ਼ ਅ ਮਿਊਚੁਅਲ ਏਜੰਸੀ। ਮਿਊਚੁਅਲ ਏਜੰਸੀ ਜਿਹੜਾ ਮੈਂ ਤੁਹਾਨੂੰ ਪਿੱਛੇ ਪੁਆਇੰਟ ਕਰਵਾਇਆ ਸੀ ਨਾ, ਬਿਜ਼ਨਸ ਕੈਰੀਡ ਔਨ ਬਾਈ ਆਲ ਔਰ ਐਨੀ ਆਫ ਦੈਮ ਐਕਟਿੰਗ ਫॉर ਆਲ, ਇਹ ਵਾਲੇ ਪੁਆਇੰਟ ਨਾਲ ਰਿਲੇਟਡ ਹੈ। ਇਹ ਵਾਲੇ ਪੁਆਇੰਟ ਨਾਲ ਰਿਲੇਟਡ ਮਤਲਬ ਇਹੀ ਪੁਆਇੰਟ ਇੱਥੇ ਐਕਸਪਲੇਨ ਕੀਤਾ ਹੋਇਆ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਇਹ 'ਚ ਕੀ ਹੁੰਦਾ ਮਤਲਬ ਐਗਜ਼ਿਸਟੈਂਸ ਆਫ ਮਿਊਚੁਅਲ ਏਜੰਸੀ ਇਨ ਦੀ ਕਾਰਡੀਨਲ ਪ੍ਰਿੰਸੀਪਲ ਆਫ ਪਾਰਟਨਰਸ਼ਿਪ ਲਾਅ। ਇਹ ਕੀ ਇੱਕ ਮਤਲਬ ਸਿਧਾਂਤ ਹੈ ਪਾਰਟਨਰਸ਼ਿਪ ਲਾਅ ਦਾ, ਮਿਊਚੁਅਲ ਏਜੰਸੀ ਦੀ ਐਗਜ਼ਿਸਟੈਂਸ ਮਤਲਬ ਇੱਕ ਸਿਧਾਂਤ ਹੈ। ਇਹਦੇ ਵਿੱਚ ਕੀ ਹੈ ਵੀ ਧਿਆਨ ਨਾਲ ਸੁਣਿਓ, ਇੱਕ ਪਾਰਟਨਰ ਏਜੰਟ ਵੀ ਹੋ ਸਕਦਾ ਅਤੇ ਉਹ ਪਾਰਟਨਰ ਇੱਕ ਮਤਲਬ ਇੱਕ ਪਾਰਟਨਰ ਏਜੰਟ ਵੀ ਹੋ ਸਕਦਾ ਐਂਡ ਉਹ ਪਾਰਟਨਰ ਪ੍ਰਿੰਸੀਪਲ ਵੀ ਹੋ ਸਕਦਾ। ਫਰਮ ਦੇ ਬਿਹਾਫ 'ਤੇ ਇੱਕ ਪਾਰਟਨਰ ਐਕਟ ਕਰੇਗਾ ਐਂਡ ਦ ਰੈਸਟ ਆਫ ਪਾਰਟਨਰਸ ਨੂੰ ਬਾਈਂਡ ਕਰੇਗਾ। ਕੀ ਕਹਿੰਦੇ ਆ ਵੀ ਜਿਹੜਾ ਮਿਊਚੁਅਲ ਏਜੰਸੀ ਦੇ ਵਿੱਚ ਕੀ ਹੁੰਦਾ ਬੇਟੇ, ਜੇ ਮੰਨ ਲਓ 4 ਮਤਲਬ ਹੈਗੇ ਨੇ ਪਾਰਟਨਰਸ ਨਾ,
ਤਾਂ ਇੱਕ ਪਾਰਟਨਰ ਐਜ਼ ਏ ਪ੍ਰਿੰਸੀਪਲ ਕੰਮ ਕਰ ਰਿਹਾ ਹੈਗਾ, ਮਤਲਬ ਬਾਕੀ ਜਿਹੜੇ 3 ਪਾਰਟਨਰਸ ਨੇਗੇ ਉਹ ਐਜ਼ ਏ ਏਜੰਟ ਐਕਟ ਕਰ ਰਹੇ ਨੇ। ਜਿਹੜਾ ਬੰਦਾ ਐਜ਼ ਅ ਪ੍ਰਿੰਸੀਪਲ ਕੰਮ ਕਰ ਰਿਹਾ ਹੈਗਾ ਉਹ ਬਾਕੀ ਸਾਰੇ ਪਾਰਟਨਰਸ ਨੂੰ ਬਾਈਂਡ ਕਰ ਲੂਗਾ। ਮਤਲਬ ਜਿਵੇਂ ਬਾਕੀ ਸਾਰੇ ਹੁਣ ਵੀ ਪਾਰਟਨਰਸ ਨੇ ਟਰਸਟ ਕਰਕੇ ਹੀ ਇੱਕ ਬੰਦੇ ਨੂੰ ਚੁਣਿਆ ਨਾ, ਵੀ ਤੂੰ ਸਾਰੇ ਮਤਲਬ ਵੀ ਟਰਸਟ ਕਰਕੇ ਵੀ ਉਹਨੂੰ ਚੁਣਿਆ ਵੀ ਤੂੰ ਸਾਰਾ ਨਾ ਬਿਜ਼ਨਸ ਵੇਖ ਲਾ, ਅਤੇ ਕੋਈ ਬਿਜ਼ਨਸ 'ਚ ਲੋਸ ਹੁੰਦਾ, ਕੋਈ ਪ੍ਰੋਫਿਟ ਹੁੰਦਾ, ਤੂੰ ਦੇਖ ਲਾ, ਅਸੀਂ ਤੇਰੇ ਨਾਲ ਆ। ਕੋਈ ਉਹਨੇ ਡਿਸੀਜ਼ਨ ਲੈਣਾ ਤਾਂ ਤੂੰ ਇਕੱਲਾ ਲੈ ਸਕਦਾ। ਉਹ ਸਾਰੇ ਮਤਲਬ ਬਾਕੀ ਪਾਰਟਨਰਸ ਨੇ ਟਰਸਟ ਕਰਕੇ ਹੀ ਉਸ ਚੀਜ਼ ਨੂੰ ਚੁਣਿਆ ਹੋਊਗਾ। ਤਾਂ ਉਹ ਕੀ ਹੁੰਦੀ, ਇੱਕ ਮਿਊਚੁਅਲ ਮਤਲਬ ਉਹਨਾਂ ਦੀ ਏਜੰਸੀ ਬਣ ਗਈ। ਐਂਡ ਉਹ ਜਿਹੜੀ ਮਿਊਚੁਅਲ ਏਜੰਸੀ ਦੇ ਵਿੱਚ ਕੀ ਹੈ ਵੀ ਜਿਹੜੀਆਂ ਸਾਰੀਆਂ ਪਾਰਟੀਜ਼ ਐਗਜ਼ਿਸਟ ਹੋਣਗੀਆਂ, ਮਤਲਬ ਉਹ ਮਿਊਚੁਅਲ ਏਜੰਸੀ ਮਤਲਬ ਜੋ ਬਣ ਗਈ, ਹੁਣ ਇੱਕ ਪਰਸਨ ਦੇ ਬਿਹਾਫ 'ਤੇ ਕੰਮ ਹੋ ਰਿਹਾ ਤਾਂ ਮਤਲਬ ਬਾਕੀ ਸਾਰੇ ਖੁਦ ਬ ਖੁਦ ਹੀ ਐਗਜ਼ਿਸਟ ਕਰ ਰਹੇ ਨੇ ਨਾ ਉੱਥੇ। ਤਾਂ ਕੋਈ ਹੈ ਨਾ ਜਿਹੜਾ ਮਤਲਬ ਰੈਸਟ ਆਫ ਦੀ ਪਾਰਟਨਰਸ ਨੂੰ ਕੀ ਕਰ ਲੈਂਦਾ, ਬਾਈਂਡ ਕਰ ਲੈਂਦਾ ਇੱਕ ਪਰਸਨ। ਠੀਕ ਹੈ, ਇਹਦੇ ਵਿੱਚ ਬੇਟੇ ਕੀ ਇੱਕ ਹੋਰ ਕੀ ਹੁੰਦਾ ਵੀ ਜਿਵੇਂ ਮੰਨ ਲਓ ਇਹਦੇ ਵਿੱਚ 4 ਪਾਰਟਨਰਸ ਨੇਗੇ ABCD। ਠੀਕ ਹੈ, ਉਹਦੇ ਵਿੱਚ ਮੰਨ ਲਓ A ਦੀ ਡੈਥ ਹੋ ਜਾਂਦੀ ਹੈ ਤਾਂ ਜਿਹੜਾ A ਆ ਉਹ ਕੀ ਹੋ ਗਿਆ, ਡਿਸੀਜ਼ਡ ਪਾਰਟਨਰ ਹੋਊਗਾ ਨਾ। ਤਾਂ ਜਿਹੜੇ ਡਿਸੀਜ਼ਡ ਪਾਰਟਨਰ ਦੀ ਵਾਈਫ ਹੈ ਉਹ ਵਿਡੋ ਹੋਊਗੀ। ਠੀਕ ਹੈ, ਜਿਵੇਂ ਇਹ ਮੰਨ ਲਓ ਇੱਕ ਪ੍ਰੋਪਰਟੀ ਹੈ ਜਿਹਦੇ ਤੋਂ ਵਿਡੋ ਨੂੰ ਅਤੇ ਬਾਕੀ 3 ਪਾਰਟਨਰਸ ਨੂੰ ਮਤਲਬ ਸ਼ੇਅਰ ਦਾ ਪਾਰਟ ਮਿਲ ਰਿਹਾ। ਐਂਡ ਜਿਹੜਾ ਉਹ ਪਾਰਟ ਹੈਗਾ ਉਹ ਵਿਡੋ ਨੂੰ ਵੀ ਮਿਲ ਰਿਹਾ, ਮਤਲਬ ਜਿਹੜਾ ਮਤਲਬ ਪ੍ਰੋਫਿਟ ਦਾ ਮਤਲਬ ਜਿਹੜਾ ਪਾਰਟ ਹੈ ਉਹ ਵਿਡੋ ਨੂੰ ਵੀ ਮਿਲ ਰਿਹਾ। ਤਾਂ ਉਹਨੂੰ ਬਿਜ਼ਨਸ ਨਹੀਂ ਬੋਲਿਆ ਜਾਊਗਾ, ਚਾਹੇ ਉਹ ਬਾਏ ਅ ਲੈਂਡਰ ਆਫ ਮਨੀ ਹੋਵੇ, ਬਾਏ ਅ ਵਿਡੋ ਹੋਵੇ, ਬਾਏ ਅ ਸਰਵੈਂਟ ਹੋਵੇ, ਬਾਏ ਅ ਪ੍ਰੀਵੀਅਸ ਓਨਰ ਹੋਵੇ ਬਿਜ਼ਨਸ ਦਾ। ਉਹਨਾਂ ਨੂੰ ਕਿਸੇ ਵੀ ਪੋਰਸ਼ਨ 'ਚ ਕੋਈ ਮਤਲਬ ਮਨੀ ਉਹਨਾਂ ਨੂੰ ਮਿਲ ਰਿਹਾ, ਕੋਈ ਪ੍ਰੋਫਿਟ ਮਿਲ ਰਿਹਾ ਹੈਗਾ ਹੈ ਨਾ, ਤਾਂ ਉਹ ਬਿਜ਼ਨਸ ਦਾ ਪਾਰਟ ਨਹੀਂ ਹੋਊਗਾ। ਉਹਨਾਂ ਨੂੰ ਕਿਸੇ ਵੀ ਪੋਰਸ਼ਨ ਆਫ ਮਨੀ 'ਚ ਲਈਏ ਤਾਂ ਉਹ ਪਾਰਟਨਰਸ ਨਹੀਂ ਬਣ ਜਾਣਗੇ। ਠੀਕ ਹੈ, ਮਿਊਚੁਅਲ ਏਜੰਸੀ ਦੇ ਵਿੱਚ ਪਤਾ ਲੱਗ ਗਿਆ ਤੁਹਾਨੂੰ ਵੀ ਜਿਵੇਂ ਮੰਨ ਲਓ ਇੱਕ ਉਹ ਹੈ ਵੀ ਇੱਕ ਇਹਦੇ ਵਿੱਚ ਦੇਖੋ ਕੀ ਹੁੰਦਾ ਮਿਊਚੁਅਲ ਏਜੰਸੀ ਦੇ ਵਿੱਚ। ਮੰਨ ਲਓ ਇੱਕ ਪ੍ਰੋਪਰਟੀ ਹੈ, ਠੀਕ ਹੈ, ਇੱਕ ਪ੍ਰੋਪਰਟੀ ਹੈਗੀ, ਉਹਦੇ ਵਿੱਚੋਂ ਜਿਹੜੇ ਮਤਲਬ ਬਾਕੀ ਓਨਰਸ ਨੇ ਉਹ ਲੈ ਰਹੇ ਨੇ, ਬਾਕੀ ਜਿਹੜੇ ਓਨਰਸ ਨੇ ਉਹ ਆਪਣਾ ਆਪਣਾ ਪ੍ਰੋਫਿਟ ਦਾ ਸ਼ੇਅਰ ਲੈ ਰਹੇ ਨੇ। ਠੀਕ ਹੈ, ਇਹ ਪਾਰਟਨਰਸ਼ਿਪ ਨਹੀਂ ਹੈਗੀ। ਪਾਰਟਨਰਸ਼ਿਪ ਜੇ ਸਮਝ ਗਏ ਹੋਵੋਗੇ ਤੁਸੀਂ, the sharing of profits or of gross return accruing from property by person holding joint or common interest in the property। ਜਿਹੜਾ ਪ੍ਰੋਫਿਟ ਦਾ ਸ਼ੇਅਰ ਹੈ ਜਾਂ ਜਿਹੜੀ ਗਰੋਸ ਰਿਟਰਨ ਉਹਨਾਂ ਨੂੰ ਕਿਸੇ ਪ੍ਰੋਪਰਟੀ ਤੋਂ ਹੋ ਰਹੀ ਹੈ, ਕੋਈ ਕਾਮਨ ਪ੍ਰੋਪਰਟੀ ਤੋਂ ਹੋ ਰਹੀ ਹੈਗੀ, ਉਹ ਮਤਲਬ ਪਾਰਟਨਰਸ਼ਿਪ ਦਾ ਹਿੱਸਾ ਨਹੀਂ ਹੈਗੀ। ਠੀਕ ਹੈ, ਜਿਹੜਾ ਸਟਰੋਂਗ ਟੈਸਟ ਆ ਪਾਰਟਨਰਸ਼ਿਪ ਦਾ ਉਹ ਕੀ ਹੈ, ਮਤਲਬ ਵੀ ਉਹ ਪ੍ਰੋਫਿਟਸ ਦੇ ਵਿੱਚ ਪਾਰਟੀਸਪੇਟ ਕਰ ਸਕਦੇ ਨੇ, ਮਤਲਬ ਐਗਰੀਮੈਂਟ ਹੋਣਾ ਪਾਰਟਨਰ ਦੇ ਵਿੱਚ ਜ਼ਰੂਰੀ ਹੈਗਾ। ਠੀਕ ਹੈ, ਅਤੇ ਐਂਡ ਉਹਨਾਂ ਵਿੱਚ ਕੀ ਹੁੰਦਾ ਵੀ ਜਿਹੜਾ ਮਤਲਬ ਮਿਊਚੁਅਲ ਏਜੰਸੀ ਸਾਰੀਆਂ ਪਾਰਟੀਜ਼ ਉਹਦੇ ਵਿੱਚ ਐਗਜ਼ਿਸਟ ਹੋਣਗੀਆਂ। ਇੱਕ ਵਾਰ ਤੋਂ ਮੈਂ ਬੇਟਾ ਦੁਬਾਰਾ ਦੱਸ ਦਿੰਦੀ ਹਾਂ, ਮੈਂ ਖੁਦ ਵੀ ਕਨਫਿਊਜ਼ ਹੋ ਗਈ, ਸ਼ਾਇਦ ਤੁਸੀਂ ਵੀ ਹੋਵੋਗੇ ਇਸ ਪੁਆਇੰਟ ਨੂੰ ਸਮਝਦੇ ਹੋਏ। ਮਿਊਚੁਅਲ ਏਜੰਸੀ ਇਹਦੇ ਵਿੱਚ ਇਨਵੋਲਵ ਹੈ, ਜਿਹੜਾ 3rd ਪੁਆਇੰਟ ਹੈ ਉਹਦੇ ਵਿੱਚ ਕੀ ਸਿੰਪਲ ਵਰਡਸ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਵੀ ਇਹਦਾ ਇੱਕ ਪਾਰਟਨਰ ਆ ਉਹ ਏਜੰਟ ਹੋ ਸਕਦਾ ਅਤੇ ਬਾਕੀ ਪਾਰਟਨਰ ਜਿਹੜਾ ਇੱਕ ਪਾਰਟਨਰ ਏਜੰਟ ਹੋ ਸਕਦਾ, ਇੱਕ ਪਾਰਟਨਰ ਪ੍ਰਿੰਸੀਪਲ ਹੋ ਸਕਦਾ। ਠੀਕ ਹੈ, ਅਤੇ ਫਰਮ ਦੇ ਬਿਹਾਫ 'ਤੇ ਜਿਹੜਾ ਪਾਰਟਨਰ ਕੰਮ ਕਰ ਰਿਹਾ ਹੈਗਾ ਉਹ ਬਾਕੀ ਦੇ ਪਾਰਟਨਰਸ ਨੂੰ ਬਾਈਂਡ ਕਰ ਲੂਗਾ, ਅਤੇ ਜਿਹੜੇ ਬਾਕੀ ਦੇ ਪਾਰਟਨਰਸ ਨੇਗੇ ਉਹ ਇੱਕ ਪਾਰਟਨਰ ਦੇ ਉੱਪਰ ਟਰਸਟ ਕਰਕੇ ਉਹਨੂੰ ਰਿਸਕ ਬੀਅਰ ਕਰਨ ਦੇ ਲਈ, ਉਹਨੂੰ ਡਿਸੀਜ਼ਨ ਲੈਣ ਦੇ ਲਈ ਇੱਕ ਪਾਰਟਨਰ ਨੂੰ ਚੁਣ ਲੈਂਦੇ ਆ। ਠੀਕ ਹੈ, ਅਤੇ ਇੱਕ ਪਾਰਟਨਰ ਐਜ਼ ਅ ਪ੍ਰਿੰਸੀਪਲ ਐਕਟ ਕਰਦਾ ਐਂਡ ਬਾਕੀ ਪਾਰਟਨਰ ਹੁੰਦੇ ਜਿਹੜੇ ਉਹ ਐਜ਼ ਏ ਏਜੰਟ ਐਕਟ ਕਰਦੇ ਨੇ। ਠੀਕ ਹੈ, ਇਹੀ ਜਿਹੜੀ ਮਿਊਚੁਅਲ ਏਜੰਸੀ ਹੈ ਜੋ ਸਾਰੀਆਂ ਪਾਰਟੀਜ਼ ਇੱਕ ਮਿਊਚੁਅਲ ਏਜੰਸੀ ਦੇ ਵਿੱਚ ਐਗਜ਼ਿਸਟ ਕਰਦੀਆਂ ਨੇ, ਦੈਟ ਇਜ਼ ਅ ਮਿਊਚੁਅਲ ਏਜੰਸੀ। ਥੈਂਕ ਯੂ। ਐਂਡ ਬਾਕੀ ਬੇਟਾ ਜੋ ਮਤਲਬ ਬਾਕੀ ਦੇ ਟੋਪਿਕਸ ਰਹਿ ਗਏ ਨੇ ਤੁਹਾਡੇ ਚੈਪਟਰ ਦੇ ਵਿੱਚ ਉਹ ਮੈਂ ਨੈਕਸਟ ਵੀਡੀਓ ਦੇ ਵਿੱਚ ਅਪਲੋਡ ਕਰ ਦਾਂਗੀ। ਥੈਂਕ ਯੂ ਬੇਟਾ।